ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਜੇਕਰ ਭਾਰਤੀਆਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਕੰਮਕਾਰ ਕਰਦੇ ਨੇ। ਉੱਥੇ ਹੀ ਇਹਨਾਂ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਹੈ यूएई ਦੇ ਵਿੱਚ बहुत ਵੱਡੀ ਗਿਣਤੀ ਦੇ ਵਿੱਚ ਭਾਰਤੀ ਰਹਿੰਦੇ ਨੇ। ਉੱਥੇ ਜਾ ਕੇ ਕੰਮਕਾਰ ਕਰਦੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਜਾ ਕੇ ਬਿਜ਼ਨਸ ਕਰਦੇ ਨੇ ਤੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਉੱਥੇ ਜਾ ਕੇ ਮਜ਼ਦੂਰੀ ਦੇ ਖੇਤਰ ਵਿੱਚ ਕੰਮਕਾਰ ਕਰਦੇ ਨੇ ਤੇ ਆਪਣਾ ਘਰ ਪਰਿਵਾਰ ਚਲਾਉਂਦੇ ਨੇ। ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਦੇ ਵੱਲੋਂ ਆਪਣੇ ਵੀਜ਼ਾ ਨੀਤੀ ਦੇ ਵਿੱਚ ਜਿਹੜੇ ਵੱਡੇ ਬਦਲਾਅ ਕੀਤੇ ਗਏ ਨੇ ਔਰ ਇਹ ਜਿਹੜੇ ਬਦਲਾਅ ਨੇ 3 ਅਕਤੂਬਰ ਤੋਂ ਲਾਗੂ ਵੀ ਕਰ ਦਿੱਤੇ ਗਏ ਨੇ ਔਰ ਇਹਨਾਂ ਬਦਲਾਵਾਂ ਦਾ ਸਿੱਧਾ ਅਸਰ ਭਾਰਤੀਆਂ ਦੇ ਉੱਤੇ ਵੀ ਪਏਗਾ। ਕੀ ਅਸਰ ਪਏਗਾ ਇਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਕਿਹੜੇ ਖੇਤਰ ਦੇ ਵਿੱਚ ਕਿਹੜੇ ਬਦਲਾਅ ਕੀਤੇ ਨੇ ਉਸ ਦੇ ਬਾਰੇ ਵੀ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਜਾਵੇਗੀ। ਦੱਸ ਦਈਏ ਕਿ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਤਹਿਤ ਸੈਲਾਨੀਆਂ ਲਈ ਉੱਥੇ ਲੰਮੇ ਸਮੇਂ ਦੇ ਵੀਜ਼ੇ ਅਤੇ ਕੰਮਕਾਜ ਵਾਲੇ ਲੋਕਾਂ ਲਈ ਲੰਮੇ ਸਮੇਂ ਤੱਕ ਰਹਿਣ ਦੀ ਜਿਹੜੀ ਸਹੂਲਤ ਆ ਉਹ ਪ੍ਰਦਾਨ ਕੀਤੀ ਗਈ ਹੈ। ਉਦਮੀਆਂ, ਨਿਵੇਸ਼ਕਾਂ ਤੇ ਪੇਸ਼ੇਵਰਾਂ ਦੇ ਲਈ ਨਵੀਂ 10 ਸਾਲਾ ਗੋਲਡਨ ਵੀਜ਼ਾ ਸਕੀਮ ਆ ਜਿਹੜੀ ਉਹ ਲਾਗੂ ਕੀਤੀ ਗਈ ਹੈ। ਭਾਰਤ ਲਈ यूएई ਦੇ ਇਹਨਾਂ ਬਦਲੇ ਹੋਏ ਨਿਯਮਾਂ ਦੀ ਕਾਫੀ ਅਹਿਮੀਅਤ ਹੈ ਕਿਉਂਕਿ ਭਾਰਤੀ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਰਹਿੰਦੇ ਨੇ। ਪੇਸ਼ੇਵਰ ਅਤੇ ਮਜ਼ਦੂਰ ਵਰਗ ਦੇ ਵਿੱਚ ਉੱਥੇ ਜਾ ਕੇ ਕੰਮ ਕਰਦੇ ਨੇ। यूएई ਦੀ ਜੇਕਰ ਗੱਲ ਕਰੀਏ ਤਾਂ यूएई ਦੇ ਵਿੱਚ 34 ਲੱਖ ਜਿਹੜੇ ਭਾਰਤੀ ਨੇ ਉਹ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਹੈ ਜਿਹੜੀ ਉਹ ਕੇਰਲਾ ਦੀ ਆ। ਜਾਣੀ ਕਿ ਕੇਰਲਾ ਸੂਬੇ ਦੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ यूएई ਦੇ ਵਿੱਚ ਰਹਿੰਦੇ ਨੇ। ਉੱਥੇ ਹੀ ਰੁਜ਼ਗਾਰ ਅਤੇ ਬਿਜ਼ਨਸ ਦੇ ਜਿਹੜਾ ਇਹਨਾਂ ਦੇ ਨਾਲ ਕੰਮਕਾਰ ਸੰਬੰਧਿਤ ਨੇ ਬਿਜ਼ਨਸ ਜ਼ਿਆਦਾ ਇਹਨਾਂ ਲੋਕਾਂ ਦਾ ਹੁੰਦਾ ਹੈ ਔਰ ਗ੍ਰੀਨ ਵੀਜ਼ਾ ਦੀ ਜਿਹੜੀ ਸਹੂਲਤ ਆ ਉਸ ਦਾ ਸਭ ਤੋਂ ਵੱਧ ਫਾਇਦਾ ਇਹਨਾਂ ਲੋਕਾਂ ਨੂੰ ਹੀ ਮਿਲਣ ਵਾਲਾ ਹੈ। ਦੱਸ ਦਈਏ ਕਿ ਹਾਲ ਹੀ ਦੇ ਸਾਲਾਂ ਵਿੱਚ यूएई ਦੇ ਨੀਤੀਗਤ ਫੈਸਲਿਆਂ ਦੇ ਵਿੱਚ ਇਸ ਫੈਸਲੇ ਨੂੰ ਸਭ ਤੋਂ ਵੱਡਾ ਬਦਲਾਅ ਵੀ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਨੀਤੀ ਦੇ ਤਹਿਤ यूएई ਦੀ ਸਰਕਾਰ ਹੈ ਜਿਹੜੀ ਉਸ ਦਾ ਮੰਨਣਾ ਹੈ ਕਿ ਉਹਨਾਂ ਦੇ ਦੇਸ਼ ਵਿੱਚ ਨਿਵੇਸ਼ਕਾਂ, ਸੈਰ ਸਪਾਟਾ ਤੇ ਪੇਸ਼ੇਵਰ ਨੇ ਜਿਹੜੇ ਉਹ ਜ਼ਿਆਦਾ ਆਉਣਗੇ। ਜਾਣੀ ਕਿ ਇਹਨਾਂ ਲੋਕਾਂ ਨੂੰ ਖਿੱਚਣ ਦੇ ਲਈ ਇਹ ਨਵੀਂ ਨੀਤੀ ਹੈ ਜਿਹੜੀ ਉਹ ਲਿਆਂਦੀ ਗਈ ਹੈ। ਔਰ ਭਾਰਤੀਆਂ ਦੀ ਜੇਕਰ ਗੱਲ ਕਰੀਏ ਤਾਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਭਾਰਤੀ ਉੱਥੇ ਪਹੁੰਚਦੇ ਨੇ। ਤੇ ਹੁਣ ਗੱਲ ਕਰ ਲੈਂਦੇ ਹਾਂ ਭਾਰਤੀਆਂ ਨੂੰ ਇਸ ਦਾ ਕੀ ਲਾਭ ਹੋਏਗਾ, ਭਾਰਤੀਆਂ ਦੇ ਉੱਤੇ ਇਹਨਾਂ ਨੀਤੀਆਂ ਦਾ ਜਿਹੜਾ ਕੀ ਅਸਰ ਪਏਗਾ। ਜੇਕਰ ਗ੍ਰੀਨ ਵੀਜ਼ੇ ਦੀ ਗੱਲ ਕਰੀਏ ਤਾਂ ਗ੍ਰੀਨ ਵੀਜ਼ਾ ਦੇ ਆਧਾਰ ਤੇ ਪ੍ਰਵਾਸੀ 5 ਸਾਲ ਤੱਕ ਉੱਥੇ ਰਹਿ ਸਕਦੇ ਨੇ ਤੇ ਇਸ ਵੀਜ਼ੇ ਨੂੰ ਰੀਨਿਊ ਵੀ ਕਰਵਾਇਆ ਜਾ ਸਕਦਾ। ਇਹ ਇੱਕ ਸੈਲਫ ਸਪਾਂਸਰਡ ਵੀਜ਼ਾ ਹੋਵੇਗਾ। ਜਾਣੀ ਕਿ ਇਸ ਦੇ ਨਾਲ यूएई ਦੇ ਜਿਹੜੇ ਨਾਗਰਿਕ ਨੇ, ਰੁਜ਼ਗਾਰਦਾਤਾ ਨੂੰ ਇੱਥੇ ਆਉਣ ਵਾਲੇ ਲੋਕਾਂ ਦਾ ਵੀਜ਼ਾ ਸਪਾਂਸਰ ਕਰਨ ਦੀ ਜ਼ਰੂਰਤ ਆ ਜਿਹੜੀ ਉਹ ਨਹੀਂ ਹੋਵੇਗੀ। ਫ੍ਰੀਲਾਂਸਰ, ਸਵੈ ਰੁਜ਼ਗਾਰ, ਹੁਨਰਮੰਦ ਕਾਮੇ, ਨਿਵੇਸ਼ਕ ਜਾਂ ਉਹਨਾਂ ਦੇ ਭਾਈਵਾਲ ਇਸ ਵੀਜ਼ੇ ਦੇ ਹੱਕਦਾਰ ਹੋਣਗੇ। ਗ੍ਰੀਨ ਵੀਜ਼ਾ ਧਾਰਕਾਂ ਨੂੰ ਵਧੇਰੇ ਲਾਭ ਮਿਲੇਗਾ। ਉਹ ਆਪਣੀ ਪਤਨੀ ਜਾਂ ਪਤੀ, ਬੱਚਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਆਪਣੇ ਨਾਲ ਰੱਖ ਸਕਣਗੇ। ਉੱਥੇ ਹੀ ਮਾਪੇ ਆਪਣੇ ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਇੱਥੇ ਰੱਖ ਸਕਣਗੇ। ਪਹਿਲਾਂ ਇਹ ਉਮਰ ਹੈ ਜਿਹੜੀ ਉਹ 18 ਸਾਲ ਤੱਕ ਹੁੰਦੀ ਸੀ ਤੇ ਹੁਣ ਇਸ ਉਮਰ ਨੂੰ ਵਧਾ ਕੇ 25 ਸਾਲ ਕਰ ਦਿੱਤਾ ਗਿਆ ਹੈ। ਇਹ ਉਮਰ ਸੀਮਾ ਜਿਹੜੀ ਉਹ ਅਣਵਿਆਹੀ ਧੀ ਜਾਂ ਫਿਰ ਅਪਾਹਿਜ ਬੱਚਿਆਂ ਦੇ ਮਾਮਲੇ ਵਿੱਚ ਲਾਗੂ ਨਹੀਂ ਹੋਵੇਗੀ। ਜਾਣੀ ਕਿ ਜਿਹੜੀ ਉਮਰ ਸੀਮਾ ਰੱਖੀ ਗਈ ਆ ਉਹ ਅਣਵਿਆਹੀ ਧੀ ਹੋਵੇ ਜਾਂ ਫਿਰ ਕੋਈ ਬੱਚਾ ਅਪਾਹਿਜ ਹੈ, ਉਹਨਾਂ ਦੇ ਉੱਤੇ ਜਿਹੜੀ ਇਹ ਉਮਰ ਸੀਮਾ ਦੀ ਹੱਦ ਹੈ ਉਹ ਲਾਗੂ ਨਹੀਂ ਹੋਵੇਗੀ। ਗ੍ਰੀਨ ਕਾਰਡ ਧਾਰਕ ਨੂੰ ਰਿਹਾਇਸ਼ ਦੀ ਮਿਆਦ ਦੇ ਖਤਮ ਹੋਣ ਤੇ 6 ਮਹੀਨਿਆਂ ਦਾ ਗ੍ਰੇਸ ਪੀਰੀਅਡ ਵੀ ਮਿਲੇਗਾ। ਔਰ ਇਸ ਤੋਂ ਅੱਗੇ ਜੇਕਰ ਗੱਲ ਕਰੀਏ 10 ਸਾਲ ਦਾ ਗੋਲਡਨ ਵੀਜ਼ਾ यूएई ਦੇ ਵਿੱਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਉਦਮੀਆਂ, ਖੋਜਕਰਤਾਵਾਂ, ਮੈਡੀਕਲ ਪੇਸ਼ੇਵਰਾਂ, ਵਿਗਿਆਨ ਅਤੇ ਸੰਬੰਧਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਾਹਿਰਾਂ ਅਤੇ ਉੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਗ੍ਰੈਜੂਏਟ ਹੁੰਦੇ ਨੇ ਜਿਹੜੇ ਉਹਨਾਂ ਨੂੰ ਦਿੱਤਾ ਜਾਂਦਾ। यूएई ਦੇ ਵਿੱਚ ਵਧੀਆ ਪ੍ਰਤਿਭਾ ਨੂੰ ਖਿੱਚਣ ਲਈ ਗੋਲਡਨ ਵੀਜ਼ਾ ਸਕੀਮ ਆ ਜਿਹੜੀ ਉਹ 2020 ਦੇ ਵਿੱਚ ਲਾਗੂ ਕੀਤੀ ਗਈ ਸੀ। ਜਾਣੀ ਕਿ ਵੱਖੋ ਵੱਖਰੇ ਦੇਸ਼ਾਂ ਦੇ ਵਿੱਚੋਂ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਪਣੇ ਦੇਸ਼ ਦੇ ਵਿੱਚ ਲਿਆਉਣ ਦੇ ਲਈ ਇਸ ਸਕੀਮ ਨੂੰ ਜਿਹੜਾ ਸ਼ੁਰੂ ਕੀਤਾ ਗਿਆ ਸੀ। ਗੋਲਡਨ ਵੀਜ਼ਾ ਸਕੀਮ ਤਹਿਤ ਦਿੱਤੇ ਗਏ ਵੀਜ਼ੇ ਦੀ ਮਿਆਦ 10 ਸਾਲ ਤੱਕ ਹੋਵੇਗੀ। ਗੋਲਡਨ ਵੀਜ਼ਾ ਧਾਰਕਾਂ ਨੂੰ ਕਈ ਸਹੂਲਤਾਂ ਮਿਲਣਗੀਆਂ। ਇਸ ਵਿੱਚ ਉਹਨਾਂ ਕੋਲ ਆਪਣੇ ਕਾਰੋਬਾਰ ਦੀ 100% ਦੀ ਮਲਕੀਅਤ ਹੋਵੇਗੀ। ਇਸ ਤੋਂ ਇਲਾਵਾ 6 ਮਹੀਨਿਆਂ ਲਈ ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕਾਂ ਦਾ ਉੱਥੇ ਰਹਿਣ ਦਾ ਅਧਿਕਾਰ ਹੈ ਜਿਹੜਾ ਉਹ ਖਤਮ ਕਰ ਦਿੱਤਾ ਜਾਂਦਾ ਸੀ ਤੇ ਹੁਣ ਉਹ ਖਤਮ ਨਹੀਂ ਹੋਵੇਗਾ। ਜਾਣੀ ਕਿ ਗੋਲਡਨ ਵੀਜ਼ਾ ਸਕੀਮ ਦੇ ਵਿੱਚ ਇਸ ਪਾਬੰਦੀ ਨੂੰ ਖਤਮ ਕਰ ਦਿੱਤਾ ਗਿਆ ਹੈ, ਬੰਦ ਕਰ ਦਿੱਤਾ ਗਿਆ ਹੈ। ਔਰ ਇਸ ਸਕੀਮ ਤਹਿਤ ਪ੍ਰਵਾਸੀਆਂ ਦੇ ਘਰੇਲੂ ਸਹਾਇਕਾਂ ਦੀ ਜਿਹੜੀ ਗਿਣਤੀ ਤੇ ਲੱਗੀ ਸੀਮਾ ਸੀ ਉਹਨੂੰ ਵੀ ਹਟਾ ਦਿੱਤਾ ਗਿਆ ਹੈ। ਨਵੀਂ ਸਕੀਮ ਤਹਿਤ ਗੋਲਡਨ ਵੀਜ਼ਾ ਧਾਰਕ ਆਪਣੇ ਜੀਵਨ ਸਾਥੀ ਅਤੇ
ਕਿਸੇ ਵੀ ਉਮਰ ਦੇ ਬੱਚਿਆਂ ਨੂੰ ਸਪਾਂਸਰ ਕਰ ਸਕਦੇ ਨੇ। ਜੇਕਰ 골ਡਨ ਵੀਜ਼ਾ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਵੀਜ਼ਾ ਦੀ ਮਿਆਦ ਪੂਰੀ ਹੋਣ ਤੱਕ ਉਸਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਉੱਥੇ ਰਹਿ ਸਕਦੇ ਨੇ। 골ਡਨ ਵੀਜ਼ਾ ਤਹਿਤ ਸਾਇੰਸ, ਇੰਜੀਨੀਅਰਿੰਗ, ਮੈਡੀਸਨ, IT, ਵਪਾਰ, ਪ੍ਰਸ਼ਾਸਨ ਅਤੇ ਸਿੱਖਿਆ ਨਾਲ ਸੰਬੰਧਿਤ ਹੁਨਰਮੰਦ ਪੇਸ਼ੇਵਰਾਂ ਨੂੰ UAE ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਹਿਲਾਂ ਅਜਿਹੇ ਪੇਸ਼ੇਵਰਾਂ ਨੂੰ ਉੱਥੇ ਰਹਿਣ ਲਈ 50,000 AED ਜਾਣੀ ਕਿ ਦਿਰਹਾਮ ਤੋਂ ਵੱਧ ਜਾਣੀ ਕਿ ਲਗਭਗ 11 ਲੱਖ ਰੁਪਏ ਹਰ ਮਹੀਨੇ ਕਮਾਉਣੇ ਪੈਂਦੇ ਸਨ, ਪਰ ਹੁਣ ਇਸ ਨੂੰ ਘਟਾ ਕੇ 30,000 AED ਜਾਣੀ ਕਿ 6.6 ਲੱਖ ਰੁਪਏ ਕਰ ਦਿੱਤਾ ਗਿਆ ਹੈ। ਉੱਥੇ ਜੇਕਰ ਸੈਲਾਨੀਆਂ ਤੇ ਹੋਰਨਾਂ ਲੋਕਾਂ ਲਈ ਵੀਜ਼ਾ ਪਾਲਿਸੀ ਦੀ ਗੱਲ ਕਰੀਏ ਤਾਂ ਟੂਰਿਸਟ ਵੀਜ਼ੇ ਤੇ UAE ਜਾਣ ਵਾਲੇ ਲੋਕ ਉੱਥੇ 60 ਦਿਨ ਹੋਰ ਰਹਿ ਸਕਦੇ ਨੇ। ਪਹਿਲਾਂ ਇਹ ਜਿਹੜੀ ਮਿਆਦ ਆ ਉਹ 30 ਦਿਨ ਹੁੰਦੀ ਸੀ, ਹੁਣ ਇਸ ਨੂੰ ਵਧਾ ਕੇ 60 ਦਿਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਲਚਕਦਾਰ ਮਲਟੀ ਐਂਟਰੀ ਟੂਰਿਸਟ ਵੀਜ਼ਾ ਵੀ ਸ਼ੁਰੂ ਕੀਤਾ ਗਿਆ ਜਿਸ ਦੇ ਰਾਹੀਂ ਸੈਲਾਨੀ 90 ਦਿਨਾਂ ਤੱਕ ਉੱਥੇ ਰਹਿ ਸਕਦੇ ਨੇ ਤੇ ਇਸ ਦੌਰਾਨ ਕਈ ਵਾਰ ਆ ਜਾ ਵੀ ਸਕਦੇ ਨੇ। UAE ਦੇ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਨੇ। ਜੇਕਰ ਸੈਲਾਨੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਸੰਦੀਦਾ ਦੇਸ਼ਾਂ ਵਿੱਚੋਂ UAE ਵੀ ਹੁਣ ਇੱਕ ਬਣ ਚੁੱਕਿਆ ਵਾ ਔਰ UAE ਦਾ ਦੁਬਈ ਸ਼ਹਿਰ ਹੈ ਜਿਹੜਾ ਇੱਕ ਵੱਡਾ ਅੰਤਰਰਾਸ਼ਟਰੀ ਖਰੀਦਦਾਰੀ ਵਾਲਾ ਜਿਹੜਾ ਉਹ ਬਾਜ਼ਾਰ ਬਣਿਆ, ਜਾਣੀ ਕਿ ਜਗ੍ਹਾ ਬਣੀ ਹੈ। ਅੰਤਰਰਾਸ਼ਟਰੀ ਜਿਹੜੇ ਸੈਲਾਨੀ ਨੇ ਦੁਬਈ ਦੇ ਵਿੱਚ ਜ਼ਿਆਦਾ ਆਉਂਦੇ ਨੇ। ਦੁਬਈ ਸ਼ਹਿਰ ਹੈ ਜਿਹੜਾ ਉੱਥੇ ਜ਼ਿਆਦਾ ਵਿਜ਼ਿਟ ਹੁੰਦੀ ਹੈ। ਨਵੀਂ ਵੀਜ਼ਾ ਨੀਤੀ ਤਹਿਤ ਉੱਥੇ ਨੌਕਰੀਆਂ ਲਈ ਜਾਣ ਵਾਲੇ ਲੋਕਾਂ ਨੂੰ ਸਪਾਂਸਰ ਜਾਂ ਫਿਰ ਮੇਜ਼ਬਾਨ ਦੀ ਲੋੜ ਨਹੀਂ ਪਵੇਗੀ। ਹੁਣ ਉੱਥੋਂ ਦੇ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਨਿਰਧਾਰਤ ਪਹਿਲੀ, ਦੂਜੀ ਅਤੇ ਤੀਜੀ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਪੇਸ਼ੇਵਰਾਂ ਤੇ ਵਿਸ਼ਵ ਦੀਆਂ 500 ਮੋਹਰੀ ਯੂਨੀਵਰਸਿਟੀਆਂ ਦੇ ਨਵੇਂ ਗ੍ਰੈਜੂਏਟ ਨੌਕਰੀ ਦੇ ਵੀਜ਼ੇ ਲਈ ਅਪਲਾਈ ਕਰ ਸਕਦੇ ਨੇ। ਉੱਥੇ ਜੇਕਰ ਗੱਲ ਕਰੀਏ ਤਾਂ ਜਿਹੜੇ ਭਾਰਤੀ ਨੇ UAE ਤੋਂ ਇੱਕ ਵੱਡੀ ਰਕਮ ਭਾਰਤ ਨੂੰ ਭੇਜਦੇ ਨੇ। UAE ਦੇ ਵਿੱਚ 34 ਲੱਖ ਭਾਰਤੀ ਰਹਿੰਦੇ ਨੇ ਤੇ ਇਹ ਉੱਥੋਂ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਵੀ ਹੈ। ਔਰ ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ UAE ਦਾ ਭਾਰਤ ਵਿੱਚ 1.70-1.80 ਬਿਲੀਅਨ ਡਾਲਰ ਦਾ ਨਿਵੇਸ਼ ਹੈ। ਇਸ ਵਿੱਚੋਂ 1.16 ਬਿਲੀਅਨ ਡਾਲਰ ਆ ਜਿਹੜੇ ਉਹ FDI ਵਿੱਚ ਨੇ, ਜਦਕਿ ਬਾਕੀ ਪੋਰਟਫੋਲੀਓ ਨਿਵੇਸ਼ ਆ। UAE FDI ਦੇ ਮਾਮਲੇ ਵਿੱਚ ਭਾਰਤ ਵਿੱਚ ਨਿਵੇਸ਼ ਕਰਨ ਵਾਲਾ 9ਵਾਂ ਸਭ ਤੋਂ ਵੱਡਾ ਦੇਸ਼ ਹੈ। ਭਾਰਤੀ ਕੰਪਨੀਆਂ ਦਾ UAE ਵਿੱਚ ਨਿਵੇਸ਼ ਵਧਿਆ ਹੈ ਤੇ UAE ਵਿੱਚ ਭਾਰਤੀ ਕੰਪਨੀਆਂ ਦਾ ਨਿਵੇਸ਼ 85 ਅਰਬ ਡਾਲਰ ਦਾ ਹੋ ਸਕਦਾ ਹੈ। ਸੰਯੁਕਤ ਅਰਬ ਅਮੀਰਾਤ ਦੇ ਕੇਂਦਰੀ ਬੈਂਕ ਦੇ 2018 ਦੇ ਅੰਕੜਿਆਂ ਮੁਤਾਬਕ ਦੁਬਈ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੇ ਦੇਸ਼ ਵਿੱਚ ਕੁੱਲ 17.56 ਅਰਬ ਡਾਲਰ ਆ ਜਿਹੜੇ ਉਹ ਭੇਜੇ ਸੀ। ਤਾਂ ਇਹਨਾਂ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੇ ਭਾਰਤੀ ਨੇ ਉਹ ਕਿੰਨੀ ਵੱਡੀ ਗਿਣਤੀ ਦੇ ਵਿੱਚ UAE ਦੇ ਵਿੱਚ ਰਹਿੰਦੇ ਨੇ ਅਤੇ ਵੱਡੀ ਗਿਣਤੀ ਆ ਭਾਰਤੀਆਂ ਦੀ ਜਿਹੜੀ ਉੱਥੋਂ ਪੈਸੇ ਆ ਜਿਹੜੇ ਉਹ ਵੀ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭੇਜਦੇ ਆ। ਤੇ ਹੁਣ ਵੱਡੇ ਬਦਲਾਅ ਕੀਤੇ ਗਏ ਨੇ ਵੀਜ਼ਾ ਨੀਤੀ ਨੂੰ ਲੈ ਕੇ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਏਗੀ। ਜੇਕਰ ਕੋਈ ਸੁਝਾਅ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝਾ ਕਰਨਾ ਔਰ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਇਸ ਖਬਰ ਨੂੰ ਸ਼ੇਅਰ ਕਰਨਾ।